ਵਿਦਿਆਰਥੀਓ YouTube ਚੈਨਲ ਸੋਸ਼ੀਓ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਅਸੀਂ ਆਪਣੇ ਇਸ ਵੀਡੀਓ ਵਿੱਚ ਅਬਲਾ ਦਾ ਬਲ ਕਵਿਤਾ ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਜਾ ਰਹੇ ਹਾਂ, ਜੋ ਕਿ ਚਰਨ ਸਿੰਘ ਸ਼ਹੀਦ ਜੀ ਦੁਆਰਾ ਲਿਖੀ ਗਈ ਹੈ। ਕਵਿਤਾ ਇਸ ਤਰ੍ਹਾਂ ਹੈ। ਅਬਲਾ ਜੋ ਆਖਣ ਔਰਤ ਨੂੰ ਉਹ ਸੋਚ ਜਰਾ ਨਾ ਕਰਦੇ ਨੇ, ਤੀਵੀਂ ਦੀ ਤਾਕਤ ਅੱਗੇ ਤਾਂ ਬ੍ਰਹਿਮੰਡ ਖੰਡ ਸਭ ਭਰਦੇ ਨੇ। ਕਾਦਰ ਦੀ ਕੁਦਰਤ ਤੀਵੀਂ ਹੈ, ਜਿਸ ਦਾ ਸਭ ਵਿਸ਼ਵ ਪਸਾਰਾ ਹੈ। ਕੁਦਰਤ ਅੱਗੇ ਹਿਮਾਲਾ ਵੀ ਇੱਕ ਜ਼ਰੇ ਵਾਂਗ ਵਿਚਾਰਾ ਹੈ। ਇਸ ਕਾਇਨਾਤ ਇਸ ਸ੍ਰਿਸ਼ਟੀ ਤੇ ਇਸ ਪ੍ਰਿਥਵੀ ਦੁਨੀਆ ਸਾਰੀ ਦੇ ਉਤਪਤੀ ਮੌਤ ਤੇ ਪਰਲੇ ਸਭ ਹਨ ਨਾਮ ਵੱਖੋ ਵੱਖ ਨਾਰੀ ਦੇ। ਇਸ ਦਾ ਪ੍ਰਸੰਗ ਇਸ ਤਰ੍ਹਾਂ ਹੈ। ਇਹ ਕਾਵ ਸਤਰਾਂ ਪਾਠ ਪੁਸਤਕ ਕਾਵ ਰੰਗ ਵਿੱਚ ਦਰਜ ਚਰਨ ਸਿੰਘ ਸ਼ਹੀਦ ਜੀ ਦੁਆਰਾ ਲਿਖੀ ਹੋਈ ਕਵਿਤਾ ਅਬਲਾ ਦਾ ਬਲ ਵਿੱਚੋਂ ਲਈਆਂ ਗਈਆਂ ਹਨ। ਇਸ ਕਵਿਤਾ ਵਿੱਚ ਕਵੀ ਨੇ ਸਮਾਜ ਦੀ ਘਟੀਆ ਸੋਚ ਜੋ ਕਿ ਔਰਤ ਨੂੰ ਕਮਜ਼ੋਰ ਬਣਾਉਂਦੀ ਹੈ, ਉਸ ਦੇ ਉੱਪਰ ਵਿਅੰਗ ਕੱਸਿਆ ਹੈ। ਉਸਨੇ ਕਿਹਾ ਹੈ ਕਿ ਔਰਤ ਕੋਲ ਤਾਂ ਅਥਾਹ ਸ਼ਕਤੀ ਹੈ ਜੋ ਕਿ ਇਸ ਸੰਸਾਰ ਦੇ ਵਿੱਚ ਰਾਜ ਕਰ ਸਕਦੀ ਹੈ ਅਤੇ ਇੱਥੋਂ ਦੇ ਖੰਡ ਬ੍ਰਹਿਮੰਡ ਵੀ ਇਸ ਤੋਂ ਘਬਰਾਉਂਦੇ ਹਨ। ਇਸ ਦੀ ਵਿਆਖਿਆ ਇਸ ਤਰ੍ਹਾਂ ਹੈ। ਇਹਨਾਂ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਜਿਹੜੇ ਵਿਅਕਤੀ ਔਰਤ ਨੂੰ ਕਮਜ਼ੋਰ ਸਮਝਦੇ ਹਨ, ਉਹ ਬਿਨਾਂ ਕੁਝ ਸੋਚੇ ਸਮਝੇ ਹੀ ਆਪਣੇ ਵਿਚਾਰ ਦੇਣਾ ਸ਼ੁਰੂ ਕਰ ਦਿੰਦੇ ਹਨ। ਸ਼ਾਇਦ ਉਹ ਇਹ ਨਹੀਂ ਜਾਣਦੇ ਕਿ ਔਰਤ ਦੀ ਸ਼ਕਤੀ ਤਾਂ ਬਹੁਤ ਜ਼ਿਆਦਾ ਹੈ, ਉਸ ਦੇ ਸਾਹਮਣੇ ਤਾਂ ਖੰਡ ਬ੍ਰਹਿਮੰਡ ਆਦਿ ਸਭ ਘਬਰਾਉਂਦੇ ਹਨ। ਜੇਕਰ ਅਸੀਂ ਪਰਮਾਤਮਾ ਦੀ ਸਾਜੀ ਹੋਈ ਕੁਦਰਤ ਨੂੰ ਜਾਣਨਾ ਹੋਵੇ ਤਾਂ ਉਹ ਸਾਨੂੰ ਔਰਤ ਤੋਂ ਹੀ ਪਤਾ ਲੱਗਦੀ ਹੈ। ਸਾਰੇ ਸੰਸਾਰ ਵਿੱਚ ਇਸ ਔਰਤ ਦਾ ਹੀ ਪਸਾਰਾ ਹੈ। ਜਿਵੇਂ ਕੁਦਰਤ ਜਾਂ ਕੁਦਰਤ ਦੇ ਕਹਿਰ ਦੇ ਅੱਗੇ ਹਿਮਾਲਿਆ ਪਰਬਤ ਇੱਕ ਕਿਣਕਾ ਜਾਪਦਾ ਹੈ, ਇਸੇ ਤਰ੍ਹਾਂ ਇਸਤਰੀ ਦੀ ਅਥਾਹ ਸ਼ਕਤੀ ਦੇ ਅੱਗੇ ਵੀ ਵੱਡੇ ਵੱਡੇ ਮਨੁੱਖ ਕਿਣਕਿਆਂ ਦੀ ਤਰ੍ਹਾਂ ਹੀ ਹੋ ਜਾਂਦੇ ਹਨ। ਇਸ ਵਿੱਚ ਕਾਇਨਾਤ, ਸ੍ਰਿਸ਼ਟੀ, ਧਰਤੀ, ਸਾਰੀ ਹੀ ਦੁਨੀਆ ਸਮਾਈ ਹੋਈ ਹੈ। ਇਸ ਨੂੰ ਵੱਖ-ਵੱਖ ਨਾਵਾਂ ਦੇ ਨਾਲ ਵੀ ਜਾਣਿਆ ਜਾਂਦਾ ਹੈ, ਜਿਵੇਂ ਕਿ ਇਸ ਨੂੰ ਸਿਰਜਣਹਾਰੀ ਕਿਹਾ ਜਾਂਦਾ ਹੈ। ਇਹ ਮੌਤ ਦਾ ਕਾਰਨ ਵੀ ਬਣ ਸਕਦੀ ਹੈ ਅਤੇ ਕਿਆਮਤ ਲਿਆਉਣ ਵਾਲੀ ਵੀ ਇਹ ਬਣ ਸਕਦੀ ਹੈ। ਇਸ ਤਰ੍ਹਾਂ ਇਹਨਾਂ ਸਤਰਾਂ ਵਿੱਚ ਕਵੀ ਨੇ ਔਰਤ ਦੀ ਅਥਾਹ ਸ਼ਕਤੀ ਨੂੰ ਬਿਆਨਿਆ ਹੈ। ਕਰਤੇ ਦੀ ਸ਼ਕਤੀ ਦਾ ਕਾਰਨ ਕੇਵਲ ਕੁੱਲ ਹੁਕਮੀ ਮਾਇਆ ਹੈ। ਮਾਨੋ ਇਸ ਮਾਇਆ ਔਰਤ ਦਾ ਫਰਮਾਨ ਜਗ ਤੇ ਛਾਇਆ ਹੈ। ਰੂਹ ਦੇ ਜਾਨ ਤੇ ਖੁਸ਼ੀ, ਗਮੀ ਦੌਲਤ ਤੇ ਸ਼ਾਹੀ ਤੀਵੀਂ ਹੈ। ਤੀਵੀਂ ਅਤ ਉੱਚੀ ਮੁਕਤੀ ਹੈ, ਤੀਵੀਂ 84 ਨੀਵੀਂ ਹੈ। ਇਹਨਾਂ ਸਤਰਾਂ ਵਿੱਚ ਕਵੀ ਇਹ ਦੱਸਦਾ ਹੈ ਕਿ ਇਸ ਸੰਸਾਰ ਉੱਤੇ ਔਰਤ ਦੀ ਹੀ ਅਸਲੀ ਹੋਂਦ ਹੈ। ਪਰਮਾਤਮਾ ਦੀ ਸ਼ਕਤੀ ਦੇ ਕਾਰਨ ਹੀ ਇਹ ਸੰਸਾਰ ਵਿੱਚ ਸਾਰੇ ਦੁਨਿਆਵੀ ਮਾਇਆਵੀ ਪਦਾਰਥ ਹਨ ਅਤੇ ਪਰਮਾਤਮਾ ਦਾ ਹੁਕਮ ਹੀ ਚੱਲਦਾ ਹੈ ਅਤੇ ਪਰਮਾਤਮਾ ਵੱਲੋਂ ਸਾਜੀ ਹੋਈ ਕੁਦਰਤ ਵਿੱਚ ਕੇਵਲ ਔਰਤ ਹੀ ਹੈ, ਜਿਸ ਦਾ ਹੁਕਮ ਵੀ ਸੰਸਾਰ ਦੇ ਉੱਪਰ ਛਾਇਆ ਹੋਇਆ ਹੈ, ਚਾਹੇ ਇਹ ਪਰਮਾਤਮਾ ਦੇ ਹੁਕਮ ਦੇ ਅਧੀਨ ਚੱਲਦੀ ਹੈ। ਕੁਦਰਤ ਨੇ ਸਾਰੀ ਮਾਇਆ ਦਾ ਰੂਪ ਔਰਤ ਨੂੰ ਹੀ ਦੇ ਦਿੱਤਾ ਹੈ। ਜਿਸ ਤਰ੍ਹਾਂ ਆਤਮਾ, ਸਰੀਰ, ਜਾਨ, ਖੁਸ਼ੀ, ਗਮੀ, ਦੌਲਤ, ਧਨ ਆਦਿ ਸਭ ਔਰਤ ਹੀ ਹੈ। ਔਰਤ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਮੁਕਤੀ ਵੀ ਦਿਵਾ ਸਕਦੀ ਹੈ ਅਤੇ 84 ਦੇ ਗੇੜ ਦੇ ਵਿੱਚ ਪਾ ਵੀ ਸਕਦੀ ਹੈ। ਤਲਵਾਰ ਕਲਮ ਦੋ ਚੀਜ਼ਾਂ ਹਨ, ਹੇਠ ਹਕੂਮਤ ਰਾਜ ਸਭੀ, ਅਰਥਾਤ ਨਾਰ ਦੇ ਕਦਮਾਂ ਵਿੱਚ ਰੁਲਦੇ ਸੰਸਾਰਕ ਤਾਜ ਸਭੀ। ਤਕਦੀਰ ਤਪੱਸਿਆ ਹਮਦਰਦੀ ਦਾ ਨਿਤ ਪਾਠ ਪੜ੍ਹਾਉਂਦੇ ਨੇ, ਸੰਧਿਆ ਗਾਇਤਰੀ ਤੇ ਬਾਣੀ, ਗੁਣ ਇਸਤਰੀ ਰੂਪ ਲਿੰਗ ਕਹਾਉਂਦੇ ਨੇ। ਇਸ ਸ਼ਕਤੀ ਵਾਲੀ ਨਾਰੀ ਜੇ ਇਨਸਾਨ ਰੂਪ ਵਿੱਚ ਆ ਜਾਵੇ। ਇਹਨਾਂ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਇਸ ਸੰਸਾਰ ਵਿੱਚ ਦੋ ਅਜਿਹੀਆਂ ਚੀਜ਼ਾਂ ਹਨ ਜਿਸ ਦੇ ਹੇਠਾਂ ਸਾਰੀ ਹਕੂਮਤ ਰਾਜ ਕਰਦੀ ਹੈ। ਉਹ ਚੀਜ਼ਾਂ ਹਨ, ਇੱਕ ਤਾਂ ਹੈ ਤਲਵਾਰ, ਦੂਜੀ ਕਲਮ। ਕਲਮ ਤੋਂ ਭਾਵ ਲਿਖਤਾਂ ਤੋਂ ਹੈ, ਜੋ ਕਿ ਹਕੂਮਤ ਬਦਲ ਕੇ ਰੱਖ ਦਿੰਦੀ ਹੈ। ਇਹ ਸੰਸਾਰਿਕ ਰਾਜ ਕਰਨ ਵਾਲੇ ਵੀ ਨਾਰੀ ਦੇ ਕਦਮਾਂ ਵਿੱਚ ਰੁਲਦੇ ਹਨ। ਇਸੇ ਤਰ੍ਹਾਂ ਤਕਦੀਰ, ਤਪੱਸਿਆ, ਹਮਦਰਦੀ, ਸੰਧਿਆ, ਗਾਇਤਰੀ ਤੇ ਬਾਣੀ ਆਦਿ ਅਜਿਹੇ ਗੁਣ ਇਸਤਰੀ ਲਿੰਗ ਵਾਲੇ ਵਿਆਕਰਨਿਕ ਸ਼ਬਦ ਹਨ। ਜੇਕਰ ਇਹਨਾਂ ਸ਼ਬਦਾਂ ਦੀ ਅਸਲ ਸ਼ਕਤੀ
ਜੋ ਔਰਤ ਵਜੋਂ ਇੱਕ ਇਨਸਾਨ ਦੇ ਰੂਪ ਵਿੱਚ ਸਾਹਮਣੇ ਹੈ, ਤਾਂ ਫਿਰ ਲੋਕ ਉਸ ਨੂੰ ਅਬਲਾ ਜਾਂ ਕਮਜ਼ੋਰ ਕਿਉਂ ਕਹਿੰਦੇ ਹਨ ਅਤੇ ਉਸ ਨੂੰ ਕਿਉਂ ਦੁਖੀ ਕਰਦੇ ਹਨ। ਇਸ ਤਰ੍ਹਾਂ ਕਵੀ ਨੇ ਇਹਨਾਂ ਸਤਰਾਂ ਦੇ ਵਿੱਚ ਇਹ ਦੱਸਿਆ ਹੈ ਕਿ ਔਰਤ ਬਹੁਤ ਹੀ ਮਹਾਨ ਹੈ ਤੇ ਇਸ ਨੂੰ ਅਬਲਾ ਨਹੀਂ ਕਹਿਣਾ ਚਾਹੀਦਾ, ਇਸ ਨੂੰ ਦੁੱਖ ਨਹੀਂ ਪਹੁੰਚਾਉਣਾ ਚਾਹੀਦਾ। ਹਾਲਾਂਕਿ ਅਬਲਾ ਦੇ ਹੱਥ ਹੀ ਸਭ ਮੁਲਕਾਂ ਸੰਗੀਆਂ ਵਾਗਾਂ ਨੇ, ਅਬਲਾ ਦੇ ਜਾਗਣ ਨਾਲੇ ਹੀ ਕੌਮਾਂ ਨੂੰ ਆਈਆਂ ਜਾਗਾਂ ਨੇ। ਅਬਲਾ ਹਰ ਘਰ ਦੀ ਰਾਣੀ ਹੈ, ਅਬਲਾ ਪੈਦਾ ਬਲਵਾਨ ਕਰੇ। ਅਬਲਾ ਜੇ ਚਾਹੇ ਤਾਂ ਘਰ ਸੁਧਰੇ, ਅਬਲਾ ਜੇ ਚਾਹੇ ਵੀਰਾਨ ਕਰੇ। ਅਬਲਾ ਜੇ ਗਿਰਾਏ ਪਾਤਾਲ ਸੁੱਟੇ, ਅਬਲਾ ਜੇ ਉਠਾਏ ਤਾਂ ਮੁਕਤ ਮਿਲੇ। ਅਬਲਾ ਤੋਂ ਬਲ, ਧੀਰਜ, ਸ਼ਕਤੀ, ਦ੍ਰਿੜਤਾ, ਸ਼ਾਂਤੀ ਤੇ ਯੁਕਤੀ ਮਿਲੇ। ਇਹਨਾਂ ਸਤਰਾਂ ਵਿੱਚ ਕਵੀ ਦੱਸਦਾ ਹੈ ਕਿ ਸਾਰੇ ਦੇਸ਼ ਕੌਮ ਦੀਆਂ ਵਾਗਡੋਰਾਂ ਇਸ ਅਬਲਾ ਦੇ ਹੱਥ ਵਿੱਚ ਹੀ ਹਨ। ਅਬਲਾ ਵਿੱਚ ਜਾਗਰਤੀ ਆਉਣ ਨਾਲ ਹੀ ਕੌਮਾਂ ਨੇ ਤਰੱਕੀ ਕੀਤੀ ਹੈ। ਉਸ ਦੀ ਹਸਤੀ ਤਾਂ ਰਾਣੀਆਂ ਵਰਗੀ ਹੈ, ਕਿਉਂਕਿ ਇਹ ਹਰ ਘਰ ਦੀ ਰਾਣੀ ਹੈ। ਇਸ ਤੋਂ ਹੀ ਮਹਾਨ ਸੂਰਬੀਰ ਯੋਧੇ ਪੈਦਾ ਹੋਏ ਹਨ। ਇਹ ਇਹਨਾਂ ਦੀ ਜਨਮਦਾਤੀ ਹੈ। ਇਸ ਦੇ ਕਈ ਰੂਪ ਵੀ ਹਨ ਜੋ ਇਸ ਦੀ ਇੱਛਾ ਤੇ ਹੀ ਨਿਰਭਰ ਕਰਦੇ ਹਨ। ਜੇ ਇਹ ਚਾਹੇ ਤਾਂ ਘਰ ਨੂੰ ਸਵਰਗ ਬਣਾ ਸਕਦੀ ਹੈ, ਜੇ ਚਾਹੇ ਤਾਂ ਨਰਕ। ਜੇ ਇਹ ਕਿਸੇ ਤੇ ਕਹਿਰਵਾਨ ਹੋ ਜਾਵੇ ਤਾਂ ਦੁਰਗਾ ਦਾ ਰੂਪ ਧਾਰਨ ਕਰ ਲੈਂਦੀ ਹੈ ਅਤੇ ਬਦੀ ਨੂੰ ਧਰਤੀ ਦੇ ਹੇਠਾਂ ਵੀ ਸੁੱਟ ਦਿੰਦੀ ਹੈ। ਤੇ ਜੇ ਇਹ ਮਿਹਰਬਾਨ ਹੋ ਜਾਵੇ ਤਾਂ ਇਨਸਾਨ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਇਹ ਵਿਨਾਸ਼ਕ ਤੇ ਮੁਕਤੀ ਦਾਤਾ ਦੇ ਰੂਪ ਵਿੱਚ ਵੀ ਹੈ। ਇਸ ਤੋਂ ਹੀ ਸਾਨੂੰ ਤਾਕਤ, ਹੌਸਲਾ, ਬੀਰਤਾ, ਇਰਾਦਿਆਂ ਵਿੱਚ ਮਜ਼ਬੂਤੀ, ਸ਼ਾਂਤੀ ਅਤੇ ਆਨੰਦ ਪ੍ਰਾਪਤ ਕਰਨ ਦੀ ਜਾਚ ਆਉਂਦੀ ਹੈ। ਇਸ ਨੂੰ ਪ੍ਰਾਪਤ ਕਰਨ ਦਾ ਤਰੀਕਾ ਅਸੀਂ ਇਸ ਤੋਂ ਹੀ ਸਿੱਖਦੇ ਹਾਂ। ਇਸ ਸੁੰਦਰ ਨਾਜ਼ੁਕ ਨਾਰੀ ਨੂੰ ਨਾ ਕਹੋ ਅਬਲਾ, ਨਾ ਕਹੋ ਅਬਲਾ। ਇਸ ਦੇ ਬਲ ਦਾ ਨਹੀਂ ਅੰਤ ਕੋਈ ਹੈ, ਬੜੀ ਬਲਵਾਨ ਬੜੀ ਸਬਲਾ। ਸਤ ਰੱਖਿਆ ਜਾਂ ਉਪਕਾਰ ਲਈ ਜਦ ਅਬਲਾ ਬਲ ਦਿਖਲਾਉਂਦੀ ਹੈ, ਤਾਂ ਉਸ ਦਾ ਮਹਾ ਜਲਾਲ ਦੇਖ ਸਭ ਕਾਇਨਾਤ ਥਰਰਾਂਦੀ ਹੈ। ਜੇ ਤੀਰ ਚਲਾਏ ਨੈਣਾ ਦੇ ਤਾਂ ਘਾਇਲ ਮਰਦ ਹਜ਼ਾਰ ਕਰੇ। ਜੇ ਸੁਥਰੇ ਦਿਲ ਵਿੱਚ ਜੋਸ਼ ਭਰੇ ਤਾਂ ਚਰਨ ਤਲੇ ਸੰਸਾਰ ਕਰੇ। ਜੇ ਸੁਥਰੇ ਦਿਲ ਵਿੱਚ ਜੋਸ਼ ਭਰੇ ਤਾਂ ਚਰਨ ਤਲੇ ਸੰਸਾਰ ਕਰੇ। ਭਾਵ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਇਹ ਜੋ ਸੁੰਦਰ ਨਾਜ਼ੁਕ ਨਾਰੀ ਹੈ, ਇਸ ਨੂੰ ਅਬਲਾ ਨਾ ਕਹੋ, ਕਿਉਂਕਿ ਇਸ ਦੇ ਵਿੱਚ ਤਾਂ ਬਹੁਤ ਜ਼ਿਆਦਾ ਸ਼ਕਤੀ ਹੈ। ਇਹ ਤਾਂ ਬਹੁਤ ਹੀ ਮਹਾਨ ਹੈ। ਜੇਕਰ ਇਸ ਨੂੰ ਆਪਣੀ ਰੱਖਿਆ ਕਰਨੀ ਜਾਂ ਕਿਸੇ ਦਾ ਭਲਾ ਕਰਨਾ ਪਵੇ ਤਾਂ ਇਹ ਬਹੁਤ ਬਹਾਦਰ ਹੋ ਜਾਂਦੀ ਹੈ। ਇਸ ਵਿੱਚ ਕਹਿਰਾਂ ਦੀ ਤਾਕਤ ਆ ਜਾਂਦੀ ਹੈ ਤੇ ਇਸ ਦਾ ਜਲਾਲ ਦੇਖਣ ਵਾਲਾ ਹੁੰਦਾ ਹੈ। ਇਸ ਦੇ ਅੰਤਾਂ ਦੇ ਗੁੱਸੇ ਨੂੰ ਦੇਖ ਕੇ ਸਾਰੀ ਕਾਇਨਾਤ ਥਰਾਉਣ ਲੱਗਦੀ ਹੈ ਅਤੇ ਦੁਨੀਆ ਕੰਬ ਜਾਂਦੀ ਹੈ। ਜੇ ਆਪਣੇ ਇਹ ਨੈਣਾ ਦੇ ਤੀਰ ਚਲਾਉਂਦੀ ਹੈ ਤਾਂ ਹਜ਼ਾਰਾਂ ਹੀ ਮਰਦ ਉਸ ਨਾਲ ਜ਼ਖਮੀ ਹੋ ਜਾਂਦੇ। ਇਸ ਤਰ੍ਹਾਂ ਜਦੋਂ ਇਸਤਰੀ ਦੇ ਦਿਲ ਵਿੱਚ ਜੋਸ਼ ਭਰ ਜਾਂਦਾ ਹੈ ਤਾਂ ਇਹ ਸਾਰੇ ਸੰਸਾਰ ਨੂੰ ਆਪਣੇ ਪੈਰਾਂ ਹੇਠ ਵੀ ਕਰ ਸਕਦੀ ਹੈ। ਇਸ ਤਰ੍ਹਾਂ ਔਰਤ ਅਬਲਾ ਨਹੀਂ ਸਗੋਂ ਬਹੁਤ ਬਲਵਾਨ ਹੈ। ਇਸ ਵਿੱਚ ਸਿਦਕ, ਸਿਰੜ, ਦ੍ਰਿੜਤਾ, ਸਵੈਮਾਨ, ਪਰਉਪਕਾਰੀ ਭਾਵਨਾ, ਨਿਮਰਤਾ, ਹਲੀਮੀ, ਸੁੰਦਰਤਾ, ਕੋਮਲਤਾ ਆਦਿ ਅਜਿਹੇ ਬਹੁਤ ਹੀ ਜ਼ਿਆਦਾ ਗੁਣ ਹਨ, ਜਿਸ ਤੋਂ ਹਰ ਕਿਸੇ ਨੂੰ ਬਲ, ਸਬਰ, ਧੀਰਜ, ਦ੍ਰਿੜਤਾ, ਸ਼ਾਂਤੀ ਵਰਗੇ ਗੁਣ ਪ੍ਰਾਪਤ ਹੁੰਦੇ ਹਨ ਅਤੇ ਇਸ ਦੀ ਸਿੱਖਿਆ ਮਿਲਦੀ ਹੈ। ਇਹ ਸੱਚਮੁੱਚ ਹੀ ਦੁਰਗਾ, ਝਾਂਸੀ ਦੀ ਰਾਣੀ ਹੈ ਤੇ ਹੀਰ ਵੀ ਹੈ। ਇਸ ਤਰ੍ਹਾਂ ਇਸ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਅਬਲਾ ਨਹੀਂ ਆਖਣਾ ਚਾਹੀਦਾ, ਇਸ ਨੂੰ ਦੁੱਖ ਨਹੀਂ ਪਹੁੰਚਾਉਣਾ ਚਾਹੀਦਾ। ਵਿਦਿਆਰਥੀਓ, ਅਸੀਂ ਆਪਣੇ ਅਗਲੇ ਵੀਡੀਓ ਵਿੱਚ ਫਿਰ ਮਿਲਾਂਗੇ। ਤਦ ਤੱਕ ਧੰਨਵਾਦ, ਸ਼ੁਕਰੀਆ।